वीडियो की शुरुआत करना बड़ा मुश्किल होंदा सी, बड़ा सोचा इस वीडियो के बारे। ये वीडियो थोड़े लिए बहुत जरूरी है। वो जर्नी किवें हुंदी है, तुसीं कैनेडा विच नवें हो जां आ रहे हो, प्लस तुहाडा प्लान बन रहा है फ्यूचर दे विच घर लैण दा। बिकॉज ये याद रखना, घर लैना कैनेडा दे विच बहुत ही वड्डी गल है, बिकॉज बहुत वड्डी इन्वेस्टमेंट हो जाती है। एक निक्की जी गलती तुहानूं 5 ਜਾਂ 10 साल पिछे लै जाती है लाइफ दे विच। सो तुसीं सुनिया होना, कई कहते हैं लोग तुसीं फस जाते हो, रैलटरां तो बच के रहो, मॉर्गेज वालिਆਂ तो बच के रहो, लॉयर्स तो। पर ਉਹਦਾ मतलब ये ਹੁੰਦਾ कि ਆਪਾਂ ਫੁੱਲੀ ਪ੍ਰੀਪੇਅਰਡ नहीं ਹੁੰਦੇ। ਆਪਾਂ ਬੇਸਿਕਲੀ ਆਪਾਂ ਸੀਰੀਜ਼ ਬਣਾ ਰਹੇ ਹਾਂ, ਸੀਰੀਜ਼ 'ਚ ਆਪਾਂ ਗੱਲ ਕਰਾਂਗੇ ਕਿਹੜੀਆਂ ਗਲਤੀਆਂ ਤੁਸੀਂ ਅਵੋਇਡ ਕਰ ਸਕਦੇ ਹੋ, ਕਿਸ ਤਰ੍ਹਾਂ ਤੁਸੀਂ ਪ੍ਰੋਸੈਸ ਕਰਨਾ ਹੈ, ਕਿੰਨੀਆਂ ਸੇਵਿੰਗਸ ਤੁਹਾਨੂੰ ਚਾਹੀਦੀਆਂ ਨੇ, ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ, ਘਰ ਕਿੱਦਾਂ ਦੇ ਹੁੰਦੇ ਨੇ, ਕਦੋਂ ਤੁਸੀਂ ਘਰ ਲੈ ਸਕਦੇ ਹੋ, ਕੋਈ ਸਪੈਸ਼ਲ ਕੁਆਲੀਫਿਕੇਸ਼ਨ ਚਾਹੀਦੀ ਆ। ਇਹਦੇ ਵਿੱਚ ਆਪਾਂ ਪੂਰੇ ਚੈਪਟਰਸ ਪਾਵਾਂਗੇ ਸੀਰੀਜ਼ ਦੇ ਵਿੱਚ, ਤੇ ਉਹ ਸਬਜੈਕਟ ਦੇ ਵਿੱਚ ਥੋੜਾ ਜਿਹਾ ਡੀਪ ਜਾ ਕੇ ਆਪਾਂ ਤੁਹਾਨੂੰ ਇੱਕ ਚੀਜ਼ ਸਮਝਾਵਾਂਗੇ। ਸੋ ਅਸੀਂ ਸੋਚਦੇ ਹਾਂ ਕਿ ਤੁਸੀਂ ਇਹ ਵੀਡੀਓ ਤੋਂ ਕਾਫੀ ਕੁਝ ਸਿੱਖੋਗੇ ਤੇ ਫਾਈਨੈਂਸ਼ੀਅਲੀ ਗਰੋ ਕਰੋਗੇ। ਤੇ ਅੱਜ ਆਪਾਂ ਗੱਲ ਕਰਦੇ ਹਾਂ, ਇਸ ਵੀਡੀਓ ਦੇ ਵਿੱਚ ਟੌਪਿਕ ਹੋਏਗਾ ਮਿਥਸ ਵੈਨ ਯੂ ਆਰ ਬਾਇੰਗ ਯੋਰ ਫਸਟ ਹੋਮ। ਪਹਿਲੀ ਗੱਲ ਆਉਂਦੀ ਹੈ ਕ੍ਰੈਡਿਟ ਸਕੋਰ। ਬਹੁਤ ਹੀ ਵੱਡਾ ਫੈਕਟਰ ਹੈ। ਜਦੋਂ ਆਪਾਂ ਇੰਡੀਆ ਤੋਂ ਇੱਥੇ ਨਵੇਂ ਆਉਂਦੇ ਹਾਂ, ਮੈਨੂੰ ਲੱਗਦਾ ਨਹੀਂ ਆਪਣਾ ਕ੍ਰੈਡਿਟ ਸਕੋਰ ਤੇ ਇੰਨਾ ਫੋਕਸ ਹੁੰਦਾ। ਅਸੀਂ ਆਏ ਇੱਥੇ, ਅਸੀਂ ਟਿਮ ਹਾਰਟਨ ਦੇ ਗਏ, ਇੱਕ ਨਵਾਂ ਕ੍ਰੈਡਿਟ ਕਾਰਡ ਅਪਲਾਈ ਕੀਤਾ, ਵਾਲਮਾਰਟ ਗਏ, ਇੱਕ ਨਵਾਂ ਕ੍ਰੈਡਿਟ ਕਾਰਡ, ਹੋਮ ਡਿਪੋ ਗਏ, ਇੱਕ ਨਵਾਂ ਕ੍ਰੈਡਿਟ ਕਾਰਡ। ਬਿਕੋਜ਼ ਕੈਨੇਡਾ ਦੀ ਪਾਲਿਸੀ ਆ, ਜਦ ਤੱਕ ਤੁਸੀਂ ਕ੍ਰੈਡਿਟ ਮੰਗਦੇ ਨਹੀਂ, ਇਹ ਬੜਾ ਕੁਝ ਦਿੰਦੇ ਨੇ ਤੁਹਾਨੂੰ। ਆਹ ਕ੍ਰੈਡਿਟ ਕਾਰਡ ਅਪਲਾਈ ਕਰ ਲਓ, ਆਹ ਕਰ ਲਓ, ਜਾਣ ਕੇ ਤੁਹਾਡੇ ਖਰਚੇ ਵਧਾਉਂਦੇ ਨੇ। ਸੋ ਬੜੇ ਧਿਆਨ ਦੇ ਨਾਲ ਅਪਲਾਈ ਕਰਨਾ ਜਦੋਂ ਤੁਸੀਂ ਕ੍ਰੈਡਿਟ ਕਾਰਡ ਅਪਲਾਈ ਕਰਦੇ ਹੋ। ਮਿਨੀਮਮ 2 ਜਾਂ 3 ਕ੍ਰੈਡਿਟ ਕਾਰਡ ਰੱਖਣੇ ਤਾਂ ਕਿ ਤੁਹਾਡਾ ਕ੍ਰੈਡਿਟ ਸਕੋਰ ਬਿਲਡ ਹੋ ਜਾਵੇ। ਹੁਣ ਮਿਥ ਇਹਦੇ ਤੇ ਆਉਂਦੀ ਹੈ, ਯੂ ਨੀਡ ਅ ਪਰਫੈਕਟ ਕ੍ਰੈਡਿਟ ਸਕੋਰ। ਵੀ ਬਹੁਤ ਹੀ ਪਰਫੈਕਟ ਕ੍ਰੈਡਿਟ ਸਕੋਰ ਹੋਣਾ ਚਾਹੀਦਾ ਜਦੋਂ ਤੁਸੀਂ ਘਰ ਲੈਣਾ। ਪਰਫੈਕਟ ਦਾ ਮਤਲਬ ਹੈਗਾ ਜਿਹੜਾ ਸਕੋਰ ਆ, ਕ੍ਰੈਡਿਟ ਸਕੋਰ 900 ਜਿਹੜਾ ਹੁੰਦਾ ਮੈਕਸਿਮਮ ਹੁੰਦਾ, ਉੱਥੋਂ ਰੇਂਜ ਸ਼ੁਰੂ ਹੁੰਦੀ ਆ। ਸੋ ਆਪਾਂ ਗੱਲ ਕਰਦੇ ਹਾਂ ਜੇ 700 ਦੀ ਰੇਂਜ ਦੇ ਵਿੱਚ ਹੈਗਾ, ਯੂ ਆਰ ਇਨ ਅ ਡੀਸੈਂਟ ਸਕੋਰ। ਜਦੋਂ ਤੁਸੀਂ ਰੇਟਿੰਗ ਵੀ ਦੇਖਦੇ ਹੋ ਐਕੋਫੈਕਸ ਤੇ ਟ੍ਰਾਂਸਯੂਨੀਅਨ ਤੇ ਲਿਖਿਆ ਹੁੰਦਾ ਫੇਅਰ, ਗੁੱਡ, ਵੈਰੀ ਗੁੱਡ। ਆਈ ਨੋ ਤੁਹਾਡੇ ਲਈ ਥੋੜੇ ਹੈਵੀ ਵਰਡਸ ਨੇ, ਪਰ ਕੋਈ ਵੀ ਸਕੋਰ ਪਰਫੈਕਟ ਨਹੀਂ ਹੁੰਦਾ। ਸਕੋਰ ਦਾ ਮਤਲਬ ਹੁੰਦਾ ਜਦੋਂ ਤੁਸੀਂ ਐਗਜ਼ਾਮੀਨੇਸ਼ਨ ਦਿੱਤੀ ਆ, 33% ਪਾਸਿੰਗ ਸਕੋਰ ਵੀ ਹੁੰਦੇ ਸੀਗੇ, 65% ਵੀ ਹੁੰਦੇ ਸੀ। ਸੋ ਆਪਾਂ ਜਿੰਨੇ ਵਧੀਆ ਹੋਣਗੇ ਉਨਾ ਬੈਟਰ ਆ। ਪਰ ਇਹਦਾ ਮਤਲਬ ਇਹ ਨਹੀਂ ਡਰਨਾ ਵੀ 33% ਆ ਗਏ ਨੇ ਤਾਂ ਆਪਾਂ ਫੇਲ ਹੋ ਗਏ ਆ। ਸਟਿਲ ਯੂ ਕੈਨ ਕੁਆਲੀਫਾਈ ਫॉर योर ਹੋਮ। ਸੋ ਹੁਣ ਆਪਾਂ ਅਗਲੀ ਗੱਲ ਕਰਦੇ ਹਾਂ, ਯੂ ਨੀਡ ਅ ਲਾਰਜ ਡਾਊਨ ਪੇਮੈਂਟ। ਇਹਦਾ ਮਤਲਬ ਹੈ ਕਿ ਜਦੋਂ ਤੁਸੀਂ ਘਰ ਲੈ ਰਹੇ ਹੋ, ਤੁਹਾਨੂੰ ਆਪਣੇ ਬਹੁਤ ਜ਼ਿਆਦਾ ਪੈਸੇ ਲਾਉਣੇ ਪੈਂਦੇ ਨੇ। ਕਈ ਵੇਲੇ ਤੁਸੀਂ ਮਾਰਕੀਟ 'ਚ ਸੁਣਿਆ ਹੋਣਾ, ਤੁਸੀਂ ਪਹਿਲਾਂ ਘਰ ਲੈ ਰਹੇ ਹੋ 20% ਲੈਣਾ ਆ, 5%, 10%। ਸੋ ਇਹ ਚੀਜ਼ ਨੂੰ ਸਮਝਣ ਦੀ ਲੋੜ ਆ। ਆਪਾਂ ਗੱਲ ਕਰਾਂਗੇ ਮਿਨੀਮਮ ਡਾਊਨ ਪੇਮੈਂਟ ਬੈਂਕ ਕਿੰਨੀ ਕਹਿੰਦੀ ਹੈ ਕਿ ਤੁਹਾਨੂੰ ਇੰਨੇ ਚਾਹੀਦੇ ਨੇ। ਬੈਂਕ ਦੀ ਰੈਗੂਲੇਸ਼ਨ ਇਸ ਤਰ੍ਹਾਂ ਹੈ, ਜੇ ਤੁਹਾਡੇ ਪ੍ਰਾਪਰਟੀ ਦੀ ਵੈਲਿਊ 0 ਤੋਂ 5 ਲੱਖ ਤੱਕ ਤਾਂ 5%, ਜੇ 5 ਤੋਂ ਮਿਲੀਅਨ ਤੱਕ ਹੈਗੀ ਆ, ਮਿਲੀਅਨ ਤੋਂ ਅੰਡਰ ਬੇਸਿਕਲੀ 10%, ਤੇ ਮਿਲੀਅਨ ਤੋਂ ਜਦੋਂ ਮਿਲੀਅਨ ਜਾਂ ਮਿਲੀਅਨ ਤੋਂ ਉੱਪਰ ਜਾਂਦੇ ਆ ਤਾਂ 20% ਦੇਣਾ ਹੀ ਪੈਣਾ। ਆਪਾਂ ਐਗਜ਼ਾਮਪਲ ਲੈਂਦੇ ਆ, ਜੇ ਤੁਸੀਂ 6 ਲੱਖ ਦਾ ਘਰ ਲੈ ਰਹੇ ਹੋ ਕੈਨੇਡਾ ਦੇ ਵਿੱਚ, 6 ਲੱਖ ਦਾ ਮਤਲਬ 0 ਤੋਂ 5 ਲੱਖ ਤੱਕ ਆਪਾਂ 5% ਦੇਣਾ। 5 ਲੱਖ ਦਾ 5% ਬਣ ਗਿਆ $25,000। ਹੁਣ ਬਚਿਆ 5 ਤੋਂ 6 ਲੱਖ, $1 ਲੱਖ ਬਚਿਆ। ਆਪਾਂ ਗੱਲ ਕੀਤੀ ਸੀ ਕਿ 10% ਦੇਣਾ ਉੱਥੇ, ਸੋ ਉਹ ਬਣ ਜਾਂਦਾ 10,000। ਸੋ ਇਸ ਕੇਸ ਦੇ ਵਿੱਚ ਤੁਹਾਡੀ ਟੋਟਲ ਡਾਊਨ ਪੇਮੈਂਟ ਘੱਟ ਤੋਂ ਘੱਟ ਡਾਊਨ ਪੇਮੈਂਟ ਬਣਦੀ ਹੈ $35,000। ਸੋ ਤੁਸੀਂ ਘਰ ਲੈਣਾ 6 ਲੱਖ ਦਾ, ਤੁਹਾਡੇ ਕੋਲ $35,000 ਪਾਕਟ ਦੇ ਵਿੱਚ ਹੋਣਾ ਚਾਹੀਦਾ। ਹੁਣ ਉਹਦੇ ਤੇ ਗੱਲਾਂ ਹੋਰ ਵੀ ਆਉਂਦੀਆਂ ਨੇ ਕਿ ਵੱਧ ਦੇ ਖਰਚੇ ਕੀ ਨੇ। ਇਹ ਤਾਂ ਇੱਕ ਡਾਊਨ ਪੇਮੈਂਟ ਦੀ ਗੱਲ ਹੋ ਗਈ, ਜਿਹੜਾ ਪ੍ਰੋਵਿੰਸ ਬਾਏ ਪ੍ਰੋਵਿੰਸ ਵੇਰੀ ਕਰਦਾ। ਜੇ ਤੁਸੀਂ ਓਨਟਾਰੀਓ ਦੇ ਵਿੱਚ ਲੈਂਡ ਕੀਤੇ ਹੋ ਤਾਂ ਪ੍ਰੋਵਿੰਸ ਇਹ ਕਹਿੰਦੀ ਹੈ ਕਿ 1.5% ਕਲੋਜ਼ਿੰਗ ਕਾਸਟ ਹੋਣਾ ਚਾਹੀਦਾ ਉਹਦਾ ਪਰਚੇਸ ਪ੍ਰਾਈਸ। ਇਹਦਾ ਮਤਲਬ 6 ਲੱਖ ਦਾ ਘਰ ਹੈ, ਉਹਦਾ 1.5% $9,000 ਤੁਹਾਨੂੰ ਬੈਂਕ 'ਚ ਦਿਖਾਉਣਾ ਪੈਣਾ ਕਿ ਮੇਰੇ ਖੁਦ ਦੇ ਪੈਸੇ ਨੇ, ਮੈਂ ਘਰ ਲੈ ਰਿਹਾ। ਇਹਦਾ ਮਤਲਬ 6 ਲੱਖ ਦੇ ਘਰ ਲਈ ਹੁਣ ਆਪਾਂ ਨੂੰ 35,000 ਡਾਊਨ ਪੇਮੈਂਟ ਪਲੱਸ 9,000 ਕਲੋਜ਼ਿੰਗ ਕਾਸਟ, ਟੋਟਲ ਬਣ ਗਿਆ $44,000 ਘੱਟ ਤੋਂ ਘੱਟ ਚਾਹੀਦਾ। ਜਿੱਦਾਂ ਅਮਾਊਂਟ ਉੱਪਰ ਜਾਈ ਜਾਏਗੀ, ਡਾਊਨ ਪੇਮੈਂਟ ਤੇ ਕਲੋਜ਼ਿੰਗ ਕਾਸਟ ਦਾ ਖਰਚਾ ਵੱਧਦਾ ਜਾਏਗਾ। ਪਰ ਜਿਸ ਦਿਨ ਤੁਸੀਂ ਮਿਲੀਅਨ ਤੋਂ ਉੱਪਰ ਘਰ ਲੈ ਲਿਆ, ਉਸ ਦਿਨ ਤੁਹਾਨੂੰ ਬਾਈ ਡਿਫਾਲਟ 20% ਦੇਣਾ ਹੀ ਪੈਣਾ ਹੈ। ਸੋ ਇਹਦਾ ਮਤਲਬ ਜੇ ਤੁਸੀਂ ਮਿਲੀਅਨ ਦਾ ਘਰ ਲੈ ਰਹੇ ਹੋ ਜਾਂ 11 ਲੱਖ ਦਾ ਘਰ ਲੈ ਰਹੇ ਹੋ, 20% ਉਹਦਾ ਕਰ ਲਓ, 2,20,000 ਉਹਨਾਂ ਡਾਊਨ ਪੇਮੈਂਟ ਚਾਹੀਦਾ। ਉਹ ਵੱਡੀ ਇਨਵੈਸਟਮੈਂਟ ਹੋ ਜਾਂਦੀ ਹੈ। ਪਰ ਮੈਨੂੰ ਪਤਾ ਤੁਸੀਂ ਫਸਟ ਟਾਈਮ ਹੋਮ ਬਾਇਰ ਬੇਬੀ ਸਟੈਪ ਲੈ ਰਹੇ ਆ, ਆਪਾਂ ਛੋਟੇ ਤੋਂ ਸ਼ੁਰੂ ਕਰਨਾ। ਇਸੇ ਤਰ੍ਹਾਂ ਤੁਸੀਂ ਕਹਿੰਦੇ ਹੋ ਭਾਜੀ ਮੈਂ ਤਾਂ ਅਲਬਰਟਾ 'ਚ ਘਰ ਲੈ ਰਿਹਾ, ਉੱਥੇ ਤੁਹਾਡਾ ਕਲੋਜ਼ਿੰਗ ਕਾਸਟ ਉਹਦੇ ਹਿਸਾਬ ਨਾਲ ਵੇਰੀ ਕਰਦਾ, ਕਿਉਂਕਿ ਉੱਥੇ ਲੈਂਡ ਟਰਾਂਸਫਰ ਟੈਕਸ ਨਹੀਂ ਲੱਗਦਾ। ਇਹਦੇ ਕਰਕੇ ਉੱਥੇ ਕਲੋਜ਼ਿੰਗ ਕਾਸਟ ਓਨਲੀ 0.5% ਹੁੰਦਾ। ਇਹਦਾ ਮਤਲਬ 6 ਲੱਖ ਦੇ ਘਰ ਦਾ ਸਿਰਫ ਆਲਮੋਸਟ 3,000 ਦਿਖਾਉਣਾ ਹੁੰਦਾ ਤੁਸੀਂ ਕਲੋਜ਼ਿੰਗ ਦੇ ਲਈ। ਹੁਣ ਆਪਾਂ ਅੱਗੇ ਚੱਲਦੇ ਹਾਂ। ਇਹਦੀ ਬੜੀ ਗੱਲ ਆਉਂਦੀ ਹੈ ਕਿ ਅਸੀਂ ਨਵੇਂ ਆਏ ਕੈਨੇਡਾ ਦੇ ਵਿੱਚ, ਕਦੋਂ ਕਰ ਲਈਏ? ਇਹਦਾ ਕੋਈ ਟਾਈਮ ਹੁੰਦਾ ਹੈ ਵੀ ਅਸੀਂ ਤਾਂ ਰੈਂਟ ਕਰ ਰਹੇ ਹਾਂ, ਰੈਂਟਿੰਗ ਇਜ਼ ਬੈਟਰ ਦੈਨ ਬਾਇੰਗ। ਸੋ ਇਹ ਦੇਖਣਾ ਹੈ ਜਦੋਂ ਤੁਸੀਂ ਕੈਨੇਡਾ ਦੇ ਵਿੱਚ ਲੈਂਡ ਕਰਨਾ, ਚਾਹੇ ਤੁਸੀਂ ਐਨਾਲਿਸਿਸ ਕਰ ਰਹੇ ਹੋ, ਸਾਰਿਆਂ ਨਾਲੋਂ ਜ਼ਿਆਦਾ ਮਹਿੰਗਾ ਕਾਸਟ ਇੱਥੇ ਰੈਂਟ ਕਰਨ ਦਾ। ਗੱਡੀ ਲੈਣੀ ਬਹੁਤ ਸੌਖੀ ਹੈ, ਕੱਪੜੇ, ਸ਼ਾਪਿੰਗ, ਬਾਹਰ ਫੂਡ ਤੇ ਜਾਣਾ ਬਹੁਤ ਹੀ ਅਫੋਰਡੇਬਲ ਆ, ਬਹੁਤ ਹੀ ਵਧੀਆ ਕੰਟਰੀ ਹੈ ਉਸ ਪੱਖੋਂ। ਸਿਰਫ ਇੱਕ ਗੱਲ ਤੋਂ ਮਾਰ ਖਾ ਰਹੀ ਆ ਘਰ ਲੈਣ ਦੇ ਵਿੱਚੋਂ, ਕਿਉਂਕਿ ਘਰ ਬਹੁਤ ਪ੍ਰਾਈਸ ਵਧੇ ਹੋਏ ਨੇ। ਤੋਂ ਆਪਾਂ ਜਦੋਂ ਰੈਂਟ ਕਰਨ ਜਾਂਦੇ ਆ, ਇਹਦਾ ਮਤਲਬ ਰੈਂਟ ਵੀ ਬਹੁਤ ਜ਼ਿਆਦਾ ਦੇਣਾ ਪੈਂਦਾ। ਐਗਜ਼ਾਮਪਲ ਲੈਂਦੇ ਆ ਆਪਾਂ, ਤੁਸੀਂ ਬਰੈਂਪਟਨ ਦੇ ਵਿੱਚ ਬੇਸਮੈਂਟ ਲੈ ਰਹੇ ਹੋ, ਅੱਜ ਦੇ ਟਾਈਮ ਦੀ ਜਦੋਂ ਵੀਡੀਓ ਬਣ ਰਹੀ ਆ ਆਲਮੋਸਟ $2,000 ਐਵਰੇਜ ਪ੍ਰਾਈਸ ਹੈ। ਇਸੇ ਤਰ੍ਹਾਂ ਤੁਸੀਂ ਟੋਰਾਂਟੋ ਦੇ ਵਿੱਚ ਜੇ ਤੁਸੀਂ 1 ਬੈਡਰੂਮ ਵੀ ਲੈ ਰਹੇ ਹੋ, ਆਲਮੋਸਟ $2,250 ਤੱਕ ਚਲੇ ਜਾਂਦਾ। 2 ਬੈਡਰੂਮ ਦਾ ਅਪਾਰਟਮੈਂਟ ਵੈਨਕੂਵਰ ਦੇ ਵਿੱਚ ਅੱਜ $4,000 ਦਾ। ਸੋ ਇਹ ਸੋਚਣਾ ਵੀ ਤੁਹਾਡਾ ਬਹੁਤ ਜ਼ਿਆਦਾ ਕਾਸਟ ਤਾਂ ਰੈਂਟਿੰਗ 'ਚ ਚਲ ਗਿਆ। ਸੋ ਹੁਣ ਤੁਸੀਂ ਸੋਚਣਾ ਵੀ ਬਾਇੰਗ ਕਦੋਂ ਕਰਨੀ ਚਾਹੀਦੀ ਆ।
ਆਪਾਂ ਹਮੇਸ਼ਾ ਕਹਿੰਦੇ ਆ ਜਦੋਂ ਤੁਸੀਂ ਰੈਡੀ ਹੋ ਐਜ਼ ਸੂਨ ਐਜ਼ ਪੋਸੀਬਲ, ਬਿਕੋਜ਼ ਇਹ ਚਾਈਨੀਜ਼ ਪ੍ਰਭਾਵ ਆ। ਚਾਈਨੀਜ਼ ਕਹਿੰਦੇ ਨੇ ਜੇ ਤੁਸੀਂ ਰੈਂਟ ਦੇ ਰਹੇ ਹੋ ਤਾਂ ਮਤਲਬ ਤੁਸੀਂ ਮਨੀ ਥਰੋ ਕਰ ਰਹੇ ਹੋ, ਜਾਂ ਕਿਸੇ ਤੇ ਸੁੱਟ ਰਹੇ ਹੋ ਤਾਂ ਮਤਲਬ ਤੁਸੀਂ ਮਨੀ ਦਾ ਪਿਆਰ ਨਹੀਂ ਕਰਦੇ। ਸੋ ਜੇ ਆਪਣਾ ਰੈਂਟ ਤੇ ਰਹਿ ਰਹੇ ਹਾਂ, ਬਹੁਤ ਹੀ ਆਪਣੀ ਇਨਕਮ ਦਾ ਹਿੱਸਾ ਜਿਹੜਾ ਰੈਂਟ 'ਚ ਚਲੇ ਜਾਂਦਾ, ਇਸ ਲਈ ਲੋਕ ਪ੍ਰੈਫਰ ਕਰਦੇ ਨੇ ਕਿ ਸਾਡਾ ਆਪਣਾ ਘਰ ਹੋਵੇ। ਰੀਜ਼ਨ ਬੀਇੰਗ ਜਿਹੜਾ ਹਿੱਸਾ ਆਪਾਂ ਰੈਂਟ ਤੇ ਦੇਣਾ ਸੀ ਉਹ ਆਪਾਂ ਮੌਰਗੇਜ ਲਈ ਦੇ ਲਾਂਗੇ, ਆਪਣੀ ਪ੍ਰਾਪਰਟੀ 'ਚ ਰਵਾਂਗੇ ਤੇ ਆਪਾਂ ਆਪਣੇ ਹਿਸਾਬ ਨਾਲ ਲਾਈਫ ਜੀਵਾਂਗੇ। ਬਿਕੋਜ਼ ਬੀਇੰਗ ਇੰਡੀਅਨ ਆਪਾਂ ਹਮੇਸ਼ਾ ਸੋਚਦੇ ਹਾਂ ਵੀ ਛੱਤ ਆਪਣੀ ਹੀ ਹੋਣੀ ਚਾਹੀਦੀ ਆ। ਸੋ ਇਸ ਲਈ ਇਹਦਾ ਕੋਈ ਉਹ ਟਾਈਮ ਨਹੀਂ ਹੁੰਦਾ। ਜਦੋਂ ਵੀ ਤੁਸੀਂ ਰੈਡੀ ਹੋ, ਤੁਹਾਨੂੰ ਲੱਗਦਾ ਤੁਹਾਡੇ ਕੋਲ ਇਨਫ ਸੇਵਿੰਗ ਹੈ, ਕ੍ਰੈਡਿਟ ਸਕੋਰ ਵਧੀਆ ਹੈ, ਆਈ ਵੁੱਡ ਸੇ ਉਦੋਂ ਹੀ ਚੱਲੋ। ਇਹ ਨਾ ਸੋਚੋ ਵੀ ਬਾਕੀ ਲੋਕ ਕੀ ਕਹਿ ਰਹੇ ਨੇ, 10 ਸਾਲ ਪਹਿਲਾਂ ਕੋਈ ਆਇਆ ਸੀ ਜਾਂ ਹੁਣ ਆਇਆ ਉਹਦੀ ਸਿਚੁਏਸ਼ਨ ਕੀ ਹੈ। ਤੁਸੀਂ ਆਪਣੀ ਫੈਮਿਲੀ ਦੇ ਮੁਤਾਬਿਕ ਆਪਣੀ ਪਾਕਟ ਦੇ ਹਿਸਾਬ ਦੇ ਨਾਲ ਕਰ ਲੈਣਾ ਹੈਗਾ। ਇੱਕ ਗੱਲ ਬੜੀ ਆਉਂਦੀ ਹੈ ਕਿ ਹੁਣ ਸੈਲਰਸ ਮਾਰਕੀਟ ਚੱਲ ਰਹੀ ਹੈ, ਹੁਣ ਬਾਇਰਸ ਮਾਰਕੀਟ ਚੱਲ ਰਹੀ ਹੈ, ਹੁਣ ਬੈਲੈਂਸਡ ਮਾਰਕੀਟ। ਸੋ ਇਹਦੇ ਨਾਲ ਤੁਹਾਨੂੰ ਕੀ ਫਰਕ ਪੈਂਦਾ ਹੈ? ਸੋ ਇਹ ਸੋਚਣ ਵਾਲੀ ਗੱਲ ਹੈ। ਸੈਲਰ ਮਾਰਕੀਟ ਮਤਲਬ ਕਿ ਬਹੁਤ ਹੀ ਹੌਟ ਮਾਰਕੀਟ ਆ, ਜਿਹੜੀ ਕੋਵਿਡ ਟਾਈਮਸ ਦੇ ਵਿੱਚ ਸੀਗੀ। ਸੈਲਰਸ ਆਰ ਮੇਕਿੰਗ ਗੁੱਡ ਮਨੀ ਆਊਟ ਆਫ ਇਟ। ਸੈਲਰ ਆਪਣੇ ਹਿਸਾਬ ਨਾਲ ਸੈਲ ਕਰ ਰਿਹਾ ਘਰ। ਸੋ ਜਦੋਂ ਟ੍ਰਾਂਜੈਕਸ਼ਨ ਹੁੰਦੀ ਹੈ, ਇੱਕ ਚੀਜ਼ ਹੁੰਦੀ ਹੈ ਸੈਲਰ, ਇੱਕ ਹੁੰਦਾ ਬਾਇਰ। ਬਾਇਰ ਜਿਹੜੇ ਤੁਸੀਂ ਵੀਡੀਓ ਦੇਖ ਰਹੇ ਹੋ, ਦੂਜੀ ਸਾਈਡ ਤੇ ਸੈਲਰ ਹੁੰਦਾ, ਜਿਹਨੇ ਘਰ ਪਹਿਲਾਂ ਲਿਆ ਸੀ ਉਹ ਸੈਲ ਕਰ ਰਿਹਾ। ਸੋ ਫਿਰ ਕਹਿੰਦੇ ਨੇ ਬਾਇਰਸ ਮਾਰਕੀਟ। ਬਾਇਰ ਮਾਰਕੀਟ ਜਿਵੇਂ ਆਪਾਂ ਗੱਲ ਕਰੀਏ ਵੀ ਇੰਟਰਸਟਡ ਬਹੁਤ ਜ਼ਿਆਦਾ ਹਾਈ ਹੋ ਗਿਆ, ਇਕਨੋਮੀ ਸਲੋ ਹੋ ਗਈ ਆ, ਹੁਣ ਬਾਇਰ ਨੈਗੋਸ਼ੀਏਟ ਕਰ ਰਿਹਾ ਡੀਲ ਤੇ। ਫਿਰ ਹੁੰਦੀ ਬੈਲੈਂਸ, ਜਿਹਦੇ ਵਿੱਚ ਸੈਲਰ ਐਂਡ ਬਾਇਰ ਪ੍ਰੋਪਰਲੀ ਨੈਗੋਸ਼ੀਏਟ ਕਰਦੇ ਨੇ। ਸੋ ਆਪਾਂ ਫਿਰ ਗੱਲ ਕਰਦੇ ਹਾਂ, ਤੁਸੀਂ ਮਾਰਕੀਟ ਨਾਲ ਨਹੀਂ ਚੱਲਣਾ, ਤੁਸੀਂ ਆਪਣੇ ਹਿਸਾਬ ਦੇ ਨਾਲ ਚੱਲਣਾ। ਜਦੋਂ ਵੀ ਤੁਹਾਡੇ ਕੋਲ ਸੇਵਿੰਗਸ ਹੋ ਗਈਆਂ ਉਦੋਂ ਰੈਡੀ ਹੋ ਜਾਣਾ। ਇਹ ਨਹੀਂ ਸੋਚਣਾ ਮਾਰਕੀਟ 'ਚ ਕੀ ਚੱਲ ਰਿਹਾ, ਸੈਲਰ ਚੱਲ ਰਹੀ ਹੈ, ਬਾਇਰਸ ਹੈ, ਬੈਲੈਂਸ, ਕੁਛ ਨਾ ਕੁਛ ਚੱਲੀ ਜਾਣਾ। ਕਦੀ ਸਨੋ ਚੱਲਣੀ ਹੈ, ਕਦੀ ਧੁੱਪ ਆਉਣੀ ਹੈ, ਤੁਸੀਂ ਆਪਣਾ ਡਿਸੀਜਨ ਆਪ ਲੈਣਾ। ਸੋ ਹਮੇਸ਼ਾ ਇਹ ਨਹੀਂ ਸੋਚਣਾ ਕਿ ਮੈਂ ਬਹੁਤ ਵੱਡਾ ਘਰ ਲੈ ਲਾਂ, ਕਿ ਮੈਂ ਆਪਣੇ ਆਪ ਨੂੰ ਬਹੁਤ ਸ਼ੋਅ ਆਫ ਕਰਾਂ। ਆਪਾਂ ਉਸ ਚੀਜ਼ 'ਚ ਨਹੀਂ ਜਾਣਾ। ਜਦੋਂ ਘਰ ਲੈਣਾ ਆਪਣੇ ਮੀਨ 'ਚ ਲੈਣਾ। ਸੋ ਕਿਸੇ ਦੇ ਰਿਸ਼ਤੇਦਾਰ ਦੇ ਘਰ ਜਾਂਦੇ ਆ, 10 ਸਾਲ 15 ਸਾਲ ਪਹਿਲਾਂ ਆਏ ਸੀ, ਆਪਾਂ ਉਹਨਾਂ ਦਾ ਘਰ ਦੇਖਦੇ ਹਾਂ, ਆਪਾਂ ਸੋਚਦੇ ਹਾਂ ਯਾਰ ਸਾਡਾ ਵੀ ਕਾਸ਼ ਇਦਾਂ ਦਾ ਘਰ ਹੋਵੇ। ਸੋ ਕਾਫੀ ਲੋਕਾਂ ਨੇ ਗਲਤੀ ਕੀਤੀ, ਉਹਨਾਂ ਨਾਲ ਕੰਪੈਰੀਜ਼ਨ ਦੇ ਚੱਕਰ ਦੇ ਵਿੱਚ ਆਪਣੇ ਮੀਨਸ ਤੋਂ ਵੱਧ ਕੇ ਘਰ ਲਿਆ। ਸੋ ਆਪਾਂ ਉਹ ਕਦੀ ਵੀ ਰਿਕਮੈਂਡ ਨਹੀਂ ਕਰਾਂਗੇ। ਰੀਜ਼ਨ ਬੀਇੰਗ ਇੱਕ ਮੌਰਗੇਜ ਜਿਹੜੀ ਜਾਂਦੀ ਹੈ, ਜਦੋਂ ਆਪਾਂ ਘਰ ਲੈ ਰਹੇ, ਘਰ ਦੇ ਨਾਲ ਹੋਰ ਖਰਚੇ ਵੀ ਆ ਜਾਂਦੇ ਨੇ। ਫੋਰ ਐਗਜ਼ਾਮਪਲ ਇੱਕ ਪ੍ਰੋਪਰਟੀ ਟੈਕਸ ਆ ਜਾਂਦਾ, ਹਰ ਤੁਸੀਂ ਮਹੀਨੇ ਦਿੰਦੇ ਹੋ ਜਾਂ ਸਾਲ ਦੇ ਜਾਂਦੇ ਹੋ। ਪ੍ਰੋਪਰਟੀ ਟੈਕਸ ਆਪਣੇ ਕੋਲ ਸਿਟੀ ਚਾਰਜ ਕਰਦੀ ਆ ਉਹਨਾਂ ਦੀ ਫੈਸਿਲਿਟੀ ਯੂਜ਼ ਕਰਨ ਦਾ। ਫੋਰ ਐਗਜ਼ਾਮਪਲ ਪਾਰਕ, ਪੂਲ, ਸਨੋ ਰਿਮੂਵਲ, ਲੈਂਡਸਕੇਪਿੰਗ, ਸਾਰੇ ਖਰਚੇ ਹੋ ਜਾਂਦੇ ਨੇ। ਸਿਟੀ ਕਹਿੰਦੀ ਅਸੀਂ ਤੁਹਾਡੀ ਸੜਕ ਵੀ ਮੇਨਟੇਨ ਕਰ ਰਹੇ ਹਾਂ, ਉਹ ਖਰਚੇ ਤੁਹਾਨੂੰ ਪ੍ਰੋਪਰਟੀ ਟੈਕਸ 'ਤੇ ਦੇਣੇ ਪੈਂਦੇ ਨੇ। ਉਸੇ ਤਰ੍ਹਾਂ ਮੇਨਟੇਨੈਂਸ ਫੀਸ ਵੀ ਆ ਜਾਂਦੀ ਘਰ ਦੀ, ਕਿਉਂਕਿ ਚੀਜ਼ ਚੱਲਦੀ ਹੈ, ਕੁਛ ਨਾ ਕੁਛ ਆ ਜਾਂਦਾ ਹੈ। ਕਈ ਵੇਲੇ ਗੈਸ ਖਰਾਬ ਹੋ ਗਿਆ ਜੀ, ਰੂਫ ਖਰਾਬ ਹੋ ਗਈ, ਸਾਡਾ ਫਰਨੈਸ ਖਰਾਬ ਹੋ ਗਈ, ਰਿਪੇਅਰ ਆ ਗਈ ਕਿਸੇ ਚੀਜ਼ ਦੀ, ਤੇ ਆਪਾਂ ਨੂੰ ਉਹਦਾ ਵੀ ਬਫਰ ਰੱਖਣਾ ਪੈਂਦਾ ਹੈ। ਕਈ ਵੇਲੇ ਘਰ ਦੇ ਖਰਚੇ ਵੀ ਹੁੰਦੇ ਨੇ ਹੋਰ। ਤਾਂ ਆਪਾਂ ਇਹ ਸੋਚ ਕੇ ਚੱਲਣਾ ਹੈ ਵੀ ਇਹ ਨਹੀਂ ਸੋਚਣਾ ਜਿਹੜਾ ਸਾਡਾ ਪਹਿਲਾ ਘਰ ਆ ਬਹੁਤ ਹੀ ਆਲੀਸ਼ਾਨ ਹੋਊਗਾ। ਮੈਂ ਬੜੇ ਲੋਕਾਂ ਨੂੰ ਮਿਲਦਾ, ਫਸਟ ਟਾਈਮ ਹੋਮ ਬਾਇਰ ਇੰਡੀਅਨ ਮੈਂਟੈਲਿਟੀ ਨਾਲ ਆਉਂਦਾ। ਉਹ ਸੋਚਦਾ ਵੀ ਭਾਜੀ ਇਹ ਸਾਡਾ ਪਹਿਲਾ ਤੇ ਆਖਰੀ ਘਰ। ਕੈਨੇਡਾ ਦੇ ਵਿੱਚ, ਸਪੈਸੀਫਿਕਲੀ ਬਾਹਰਲੇ ਮੁਲਕਾਂ ਦੇ ਵਿੱਚ ਇਦਾਂ ਨਹੀਂ ਹੁੰਦਾ। ਇੱਕ ਆਪਾਂ ਜਰਨੀ ਕ੍ਰੀਏਟ ਕਰਦੇ ਹਾਂ, ਪਹਿਲੇ ਛੋਟੇ ਘਰ ਤੋਂ ਸ਼ੁਰੂ ਕਰਦੇ ਹਾਂ, ਫਿਰ ਇੱਕ ਉਸ ਤੋਂ ਇੰਪਰੋਵਾਈਜ਼, ਦੂਜਾ, ਤੀਜਾ, ਚੌਥਾ, ਇਸ ਤਰ੍ਹਾਂ ਲੋਕ ਹੌਲੀ ਹੌਲੀ ਅੱਗੇ ਚੱਲਦੇ ਨੇ ਆਪਣੇ ਕੰਫਰਟ ਲੈਵਲ ਦੇ ਹਿਸਾਬ ਦੇ ਨਾਲ। ਸੋ ਆਪਾਂ ਇਹ ਸੋਚਣਾ ਛੋਟੇ ਤੋਂ ਸ਼ੁਰੂ ਕਰਨਾ, ਫਿਰ ਆਪਾਂ ਉਹਨੂੰ ਸਕੇਲ ਕਰਨਾ। ਸੋ ਅੱਗੇ ਗੱਲ ਕਰਦੇ ਹਾਂ, ਯੂ ਡੋਂਟ ਨੀਡ ਅ ਹੋਮ ਇਨਸਪੈਕਸ਼ਨ। ਜਦੋਂ ਆਪਣਾ ਘਰ ਬਾਏ ਕਰ ਰਹੇ ਹੋ, ਹੋਮ ਇਨਸਪੈਕਸ਼ਨ ਦਾ ਮਤਲਬ ਹੁੰਦਾ ਹੈ ਵੀ ਜਿਵੇਂ ਆਪਾਂ ਬੋਡੀ ਦੀ ਆਪਣੀ ਇਨਸਪੈਕਸ਼ਨ ਕਰਾਉਂਦੇ ਹਾਂ ਡਾਕਟਰ ਤੋਂ, ਵੀ ਸਾਰਾ ਕੁਝ ਬਲੱਡ ਲੈਵਲ, ਸ਼ੂਗਰ ਲੈਵਲ ਠੀਕ ਹੈ, ਉਸੇ ਤਰ੍ਹਾਂ ਘਰ ਦੀ ਵੀ ਇਨਸਪੈਕਸ਼ਨ ਕੀਤੀ ਜਾਂਦੀ ਹੈ ਜਦੋਂ ਤੁਸੀਂ ਘਰ ਲੈਂਦੇ ਹੋ। ਦੋ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਜਦੋਂ ਤੁਸੀਂ ਇਨਸਪੈਕਸ਼ਨ ਕਰਾ ਰਹੇ ਹੋ, ਤਾਂ ਇੱਕ ਤਾਂ ਹੋਮ ਇਨਸਪੈਕਸ਼ਨ ਦੀ ਹੁੰਦੀ ਆ, ਇੱਕ ਫਾਈਨਾਂਸਿੰਗ ਦੀ ਹੁੰਦੀ ਆ। ਆਪਾਂ ਇਸ ਟਾਈਮ ਹੋਮ ਇਨਸਪੈਕਸ਼ਨ ਦੀ ਗੱਲ ਕਰ ਰਹੇ ਹਾਂ। ਸੋ ਪਿੱਛੇ ਜੇ ਮਾਰਕੀਟ ਬਹੁਤ ਤੇਜ਼ ਸੀ, ਲੋਕਾਂ ਨੇ ਹੋਮ ਇਨਸਪੈਕਸ਼ਨ ਸਕਿਪ ਕੀਤੀ। ਸੋ ਉਸ ਕੇਸ ਦੇ ਵਿੱਚ ਉਹਨਾਂ ਨੇ ਨੁਕਸਾਨ ਖਾਧਾ। ਰੀਜ਼ਨ ਬੀਇੰਗ ਰੂਫ ਕਿਸੇ ਨੂੰ ਪਤਾ ਨਹੀਂ ਵੀ ਹਾਲਤ ਕੀ ਸੀ, 5000 ਦਾ ਖਰਚਾ ਜਿਸ ਦਿਨ ਮੂਵ ਹੋਏ ਉਸ ਦਿਨ ਆ ਗਿਆ। ਫਰਨੈਸ ਜਾਂਦੇ ਸਾਰੇ ਖਤਮ ਹੋ ਗਈ, ਸੋ ਉਹ ਇੱਕ 4000 ਦਾ ਖਰਚਾ ਆ ਗਿਆ। ਤੁਸੀਂ ਫਸਟ ਟਾਈਮ ਹੋਮ ਬਾਇਰ ਹੋ, ਐਡਾ ਵੱਡਾ ਖਰਚਾ ਜਦੋਂ ਆਪਾਂ ਪਹਿਲਾਂ ਹੀ ਇੰਨਾ ਵੱਡਾ ਕਾਸਟ ਲੈ ਕੇ ਕਰ ਲਿਆ, ਉਹ 12 ਨਹੀਂ ਖਾਂਦਾ। ਸੋ ਇਸ ਲਈ ਆਪਾਂ ਕਹਿੰਦੇ ਹਾਂ ਹੋਮ ਇਨਸਪੈਕਸ਼ਨ ਬਹੁਤ ਜ਼ਰੂਰੀ ਆ, ਪਰ ਉਹਦੇ ਤਰੀਕੇ ਨੇ ਕਰਨ ਦੇ। ਹੋ ਸਕਦਾ ਵੀ ਤੁਸੀਂ ਰਸ਼ ਦੇ ਵਿੱਚ ਆਫਰ ਵੀ ਪਾ ਰਹੇ ਹੋ, ਪਰ ਹਮੇਸ਼ਾ ਆਪਾਂ ਰਿਕਮੈਂਡ ਕਰਦੇ ਹਾਂ, ਜਦੋਂ ਅਸੀਂ ਕਰਦੇ ਹਾਂ, ਅਸੀਂ ਆਪਣੀ ਟੀਮ ਦੇ ਨਾਲ ਹਮੇਸ਼ਾ ਹੋਮ ਇਨਸਪੈਕਟਰ ਲੈ ਕੇ ਚੱਲਦੇ ਹਾਂ। ਔਰ ਜਿਹੜੇ ਤੁਸੀਂ ਟੀਮ ਦੇ ਨਾਲ ਕੰਮ ਕਰ ਰਹੇ ਹੋ, ਉਹਨਾਂ ਨੂੰ ਆਲਰੇਡੀ ਪਤਾ ਹੋਣਾ ਚਾਹੀਦਾ ਵੀ ਇਹਦੀ ਲਾਈਫ ਕਿੰਨੀ ਕੁ ਬਚੀ ਆ। ਜੇ ਰੂਫ ਦੀ ਲਾਈਫ 15 ਸਾਲ ਹੈ ਤਾਂ ਮਤਲਬ ਆਲਰੇਡੀ ਰਿਪੇਅਰ ਹੋਣ ਵਾਲੀ ਆ। ਇਸੇ ਤਰ੍ਹਾਂ ਵਿੰਡੋਜ਼, ਫਲੋਰਿੰਗ, ਕਿਚਨ, ਅਪਲਾਈਐਂਸਿਸ, ਸਾਰੀਆਂ ਚੀਜ਼ਾਂ ਦਾ ਤੁਹਾਨੂੰ ਪਤਾ ਹੋਣਾ ਚਾਹੀਦਾ। ਬੈਟਰ ਹੈ ਹੋਮ ਇਨਸਪੈਕਸ਼ਨ ਨਾ ਸਕਿਪ ਕੀਤੀ ਜਾਵੇ। ਅੱਛਾ, ਇੱਕ ਬੜੀ ਮਾਰਕੀਟ ਦੇ ਵਿੱਚ ਗੱਲ ਚੱਲਦੀ ਹੈ, ਵਿੱਚ ਤੁਹਾਡੇ ਕੋਲ ਕਾਰ ਲੋਨ ਹੈ ਜਾਂ ਸਟੂਡੈਂਟ ਲੋਨ ਹੈ, ਤੁਸੀਂ ਘਰ ਨਹੀਂ ਲੈ ਸਕਦੇ। ਬਹੁਤ ਫੋਨ ਆਉਂਦੇ ਨੇ, ਭਾਜੀ ਮੈਂ ਤਾਂ ਕਾਰ ਲੈ ਲਈ $1 ਲੱਖ ਵਾਲੀ, ਹੁਣ ਕਿੱਥੇ ਘਰ ਲਿਆ। ਓਬਵੀਅਸਲੀ ਜਦੋਂ ਤੁਹਾਡੇ ਕੋਲ ਲੋਨ ਹੁੰਦਾ, ਜਿਹੜਾ ਡੈਟ ਆਪਾਂ ਕਹਿੰਦੇ ਆ, ਜਦੋਂ ਬਹੁਤ ਜ਼ਿਆਦਾ ਹੁੰਦਾ, ਉਹ ਤੁਹਾਡੀ ਕੁਆਲੀਫਿਕੇਸ਼ਨ 'ਚ ਓਬਵੀਅਸਲੀ ਇੰਪੈਕਟ ਕਰਦਾ। ਪਰ ਇਹਦਾ ਮਤਲਬ ਇਹ ਨਹੀਂ ਤੁਸੀਂ ਘਰ ਨਹੀਂ ਲੈ ਸਕਦੇ। ਹੋ ਸਕਦਾ ਤੁਹਾਡੀ ਕੁਆਲੀਫਿਕੇਸ਼ਨ ਰਿਡਿਊਸ ਹੋ ਜਾਵੇ, ਹੋ ਸਕਦਾ ਤੁਸੀਂ ਫਿਊਚਰ 'ਚ ਲੋਨ ਨੂੰ ਪੇ ਡਾਊਨ ਕਰ ਦਿਓ, ਕੁਆਲੀਫਿਕੇਸ਼ਨ ਹੋਰ ਵੱਧ ਜਾਵੇ। ਸੋ ਉਹ ਵੀ ਇੱਕ ਬਹੁਤ ਵੱਡੀ ਮਿੱਥ ਹੈ ਕਿ ਤੁਹਾਡੇ ਕੋਲ ਲੋਨ ਆ ਤੁਸੀਂ ਘਰ ਨਹੀਂ ਲੈ ਸਕਦੇ। ਤੁਸੀਂ ਲੈ ਸਕਦੇ ਹੋ। ਇੱਥੇ ਬਹੁਤ ਹੀ ਤਰ੍ਹਾਂ ਦੇ ਲੈਂਡਰਸ ਨੇ, ABCD ਲੈਂਡਰਸ ਨੇ, ਜਾਂ ਕਈ ਤਰ੍ਹਾਂ ਦੀਆਂ ਬੈਂਕਸ ਨੇ, ਉਹਨਾਂ ਦੀਆਂ ਪਾਲਿਸੀਜ਼ ਹੁੰਦੀਆਂ ਨੇ ਫਸਟ ਟਾਈਮ ਹੋਮ ਬਾਇਰਸ ਨੂੰ ਲੈ ਕੇ, ਜਿੱਥੇ ਤੁਹਾਨੂੰ ਐਡਵਾਂਟੇਜ ਮਿਲ ਸਕਦਾ। ਪਰ ਇਹ ਇੱਕ ਮੋਰ ਆਫ ਅ 1-to-1 ਕਨਵਰਸੇਸ਼ਨ
ਮੈਂਸ਼ਨ ਕਰਨ ਵਾਲੀ ਗੱਲ ਹੈ। ਪਰ ਇੱਕ ਤੁਹਾਨੂੰ ਅਵੇਅਰਨੈਸ ਦੇ ਰਿਹਾ, ਗੱਡੀ ਲੈਣਾ ਬਹੁਤ ਜ਼ਰੂਰੀ ਹੈ, ਪਰ ਆਪਾਂ ਹਮੇਸ਼ਾ ਕਹਿੰਦੇ ਆ ਗੱਡੀ ਉਹ ਲਵੋ ਤਾਂ ਕਿ ਤੁਹਾਡੀ ਕਿਸ਼ਤ ਘੱਟ ਹੋਵੇ, ਕਿਉਂਕਿ ਜਿੰਨੀ ਵੱਡੀ ਕਿਸ਼ਤ ਹੋਊਗੀ ਉਹਨਾਂ ਤੁਹਾਡਾ ਲੋਨ ਜ਼ਿਆਦਾ ਬੋਲੇਗਾ ਤੇ ਤੁਸੀਂ ਬਾਹਲੀ ਮੌਰਗੇਜ ਲਈ ਕੁਆਲੀਫਾਈ ਨਹੀਂ ਕਰ ਪਾਓਗੇ। ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕੀਤੀ ਹੈ ਮਿਥਸ ਦੇ ਰਿਲੇਟਡ। ਫਿਊਚਰ ਦੀ ਵੀਡੀਓ 'ਚ ਆਪਾਂ ਗੱਲ ਕਰ ਰਹੇ ਹਾਂ ਕਿ ਸਾਨੂੰ ਕਿੰਨੀ ਕੁ ਸੇਵਿੰਗ ਚਾਹੀਦੀਆਂ ਨੇ ਤੇ ਉਹ ਸੇਵਿੰਗਸ ਅਸੀਂ ਕਿਵੇਂ ਕਰਨੀਆਂ ਨੇ ਕੈਨੇਡਾ ਦੇ ਵਿੱਚ ਆ ਕੇ। ਹੋਪਫੁਲੀ ਤੁਸੀਂ ਲਾਈਕ ਕਰੋਗੇ ਇਸ ਵੀਡੀਓ ਨੂੰ, ਸਬਸਕ੍ਰਾਈਬ ਕਰੋ ਸਾਡੇ ਚੈਨਲ ਨੂੰ, ਸ਼ੇਅਰ ਕਰੋ ਆਪਣੇ ਫਰੈਂਡਸ ਐਂਡ ਫੈਮਿਲੀ ਨੂੰ। ਇਹ ਵੀਡੀਓ ਉਹਨਾਂ ਨੂੰ ਜ਼ਰੂਰ ਹੈਲਪ ਕਰੇਗੀ। ਕਿਤੇ ਵੀ ਤੁਹਾਨੂੰ ਲੱਗਿਆ ਭਾਜੀ ਸਾਨੂੰ ਇਸ ਟੌਪਿਕ ਤੇ ਹੋਰ ਨੌਲੇਜ ਚਾਹੀਦੀ ਹੈ, ਜ਼ਰੂਰ ਕਮੈਂਟ ਕਰੋ। ਥੈਂਕ ਯੂ।